हेलो एवरीवन, मोस्ट वेलकम टू योर ओन चैनल राइट टोन। ਜਿਹੜੇ ਵੀ ਸਟੂਡੈਂਟਸ ਮੈਥ ਮਾਸਟਰ ਅਕੈਡਮੀ ਦੀ ਤਿਆਰੀ ਕਰ ਰਹੇ ਨੇ ਜਾਂ ਕਰਨਾ ਚਾਹੁੰਦੇ ਨੇ ਉਹ ਬਹੁਤ ਹੀ ਈਜ਼ੀਲੀ ਇਸ ਚੈਨਲ ਤੋਂ ਆਪਣੀ ਤਿਆਰੀ ਕਰ ਸਕਦੇ ਨੇ। ਜੇਕਰ ਤੁਸੀਂ ਫਸਟ ਟਾਈਮ ਆਏ ਹੋ ਦੈਨ ਪਲੀਜ਼ ਡੋਂਟ ਫੋਰਗੇਟ ਟੂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ। ਇਹ ਹੈ ਆਪਣਾ ਚੈਪਟਰ ਨੰਬਰ 16। ਇਸ ਤੋਂ ਪਹਿਲਾਂ 15 ਚੈਪਟਰ ਕਵਰ ਅਪ ਨੇ। ਇਸ ਦੇ ਵਿੱਚ ਆਪਾਂ ਨੇ ਜੋ ਗ੍ਰੈਜੂਏਸ਼ਨ ਪਾਰਟ ਹੈ ਉਹ ਸ਼ੁਰੂ ਕੀਤਾ ਹੋਇਆ ਹੈ, ਕਿਉਂਕਿ ਇਸ ਤੋਂ ਪਹਿਲਾਂ +1 +2 ਦੇ ਜੋ ਵੀ ਟੌਪਿਕ ਹੈ ਕਨਵਰਜੈਂਟ, ਡਾਈਵਰਜੈਂਟ, ਬਾਉਂਡਡ, ਅਨਬਾਉਂਡਡ, ਇਹ ਸਾਰੀਆਂ ਚੀਜ਼ਾਂ ਆਪਾਂ ਪ੍ਰੀਵੀਅਸ ਕਲਾਸਿਸ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਤੁਸੀਂ ਆਰਾਮ ਨਾਲ ਉੱਥੋਂ ਆਪਣੀਆਂ ਜੋ ਕਲਾਸਿਸ ਨੇ ਕੰਪਲੀਟ ਕਰ ਸਕਦੇ ਹੋ, ਦੇਖ ਸਕਦੇ ਹੋ, ਤਿਆਰੀ ਸ਼ੁਰੂ ਕਰ ਸਕਦੇ ਹੋ। ਤਿਆਰੀ ਕਰੋ, ਕੰਪੀਟੀਸ਼ਨ ਬਹੁਤ ਟਫ ਹੈ, ਠੀਕ ਹੈ। ਤਾਂ ਜਿੰਨੀ ਤਿਆਰੀ ਕਰੋਗੇ ਉਨਾ ਵਧੀਆ ਤੁਹਾਡੇ ਲਈ ਹੋਏਗਾ, ਠੀਕ ਹੈ। ਇਹ ਨਾ ਸੋਚੋ ਕਿ ਪੀਐਸ ਸਟੱਡੀ ਦਾ ਰਿਜ਼ਲਟ ਹਲੇ ਆ ਲੈਣ ਦਿਓ, ਜੇ ਤੁਹਾਨੂੰ ਲੱਗਦਾ ਵੀ ਕਲੀਅਰ ਹੈ ਤਾਂ ਤਿਆਰੀ ਕਰ ਲਓ ਬਸ ਸ਼ੁਰੂ, ਠੀਕ ਹੈ। ਔਰ ਕਿਵੇਂ ਕਰਨੀ ਹੈ ਉਹ ਸਾਰਾ ਕੁਝ ਸਾਨੂੰ ਇਸ ਚੈਨਲ ਤੋਂ ਮਿਲ ਜੂਗਾ। ਇਹ ਨਾ ਸੋਚੋ ਕਿ ਹਾਂਜੀ ਸਾਨੂੰ ਕੋਈ ਸਪੈਸ਼ਲੀ ਇਹ ਕਰਨਾ ਪਏਗਾ, ਨਹੀਂ, ਸਭ ਕੁਝ ਈਜ਼ੀਲੀ ਅਵੇਲੇਬਲ। ਤੁਸੀਂ ਆਰਾਮ ਨਾਲ ਘਰੇ ਬੈਠੇ ਆਪਣੀ ਤਿਆਰੀ ਫ੍ਰੀ ਆਫ ਕੋਸਟ ਕਰ ਸਕਦੇ ਹੋ। ਇੱਕ ਵਾਰੀ ਵਿਜ਼ਿਟ ਕਰਕੇ ਦੇਖੋ ਚੈਨਲ ਨੂੰ, ਸਾਰੇ ਕੁਐਸਚਨ ਦੇ ਆਨਸਰ ਤੁਹਾਨੂੰ ਮਿਲ ਜਾਣਗੇ, ਠੀਕ ਹੈ। ਚਲੋ, ਅੱਜ ਦਾ ਜੋ ਟੌਪਿਕ ਹੈ ਦੈਟ ਇਜ਼ ਮੋਨੋਟੋਨਿਕ, ਹੈ ਨਾ। ਮੋਨੋਟੋਨਿਕ ਸੀਕੁਐਂਸ ਕੀ ਹੈ, ਮੋਨੋਟੋਨਿਕ ਸੀਕੁਐਂਸ ਬਾਰੇ ਕਾਫੀ ਕੁਝ ਆਪਾਂ ਦੇਖਾਂਗੇ, ਸਮਝਾਂਗੇ, ਜਾਣਾਂਗੇ। ਮੋਨੋਟੋਨਿਕ ਸੀਕੁਐਂਸ ਤੋਂ ਬਾਅਦ ਇਸ ਤੋਂ ਬਾਅਦ ਇੱਕ ਹੋਰ ਕਲਾਸ ਹੈ ਉਹ ਇਸ ਦੇ ਉੱਪਰ ਬਣਾਈ ਜਾਏਗੀ, ਜਿਹਦੇ ਵਿੱਚ ਆਪਾਂ ਸਬ ਸੀਕੁਐਂਸ ਨੂੰ ਡਿਸਕਸ ਕਰਾਂਗੇ, ਠੀਕ ਹੈ। ਬਾਕੀ ਥਿਊਰਮਸ ਵਗੈਰਾ ਵੀ ਹੈਗੀਆਂ ਨੇ, ਮੇਰੇ ਖਿਆਲ 'ਚ 1-2 ਕਲਾਸਿਸ ਹੋਰ ਇਹਦੇ ਉੱਪਰ ਬਣਨਗੀਆਂ। ਤਾਂ ਜਿਵੇਂ ਵੀ ਠੀਕ ਲੱਗਿਆ ਉਵੇਂ ਆਪਾਂ ਕਵਰ ਅਪ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੋਨੋਟੋਨਿਕ ਸੀਕੁਐਂਸ ਤੋਂ ਬਾਅਦ, ਠੀਕ ਹੈ। ਦੇਖਦੇ ਹਾਂ ਕਿਹੜਾ ਟੌਪਿਕ ਆਪਾਂ ਇਸ ਦੇ ਵਿੱਚ ਹੀ ਕੰਟੀਨਿਊ ਕਰਨਾ ਹੈ, ਠੀਕ ਹੈ ਜੀ। ਤਾਂ ਚਲੋ ਫਿਰ ਸਟਾਰਟ ਕਰਦੇ ਹਾਂ ਬਿਨਾਂ ਟਾਈਮ ਵੇਸਟ ਕੀਤੇ। ਅੱਜ ਦਾ ਜੋ ਟੌਪਿਕ ਹੈ ਦੈਟ ਇਜ਼ ਮੋਨੋਟੋਨਿਕ ਸੀਕੁਐਂਸ। ਤਾਂ ਪਹਿਲੀ ਗੱਲ ਤਾਂ ਮੋਨੋਟੋਨਿਕ ਸੀਕੁਐਂਸ, ਮੋਨੋਟੋਨ ਦਾ ਮਤਲਬ ਕੀ ਹੁੰਦਾ ਹੈ। ਆਪਾਂ ਕਹਿੰਦੇ ਆ ਕਿ ਜਿਹੜੀ ਜਾਂ ਤਾਂ ਸਿਰਫ ਇਨਕਰੀਜ਼ਿੰਗ ਹੋਵੇ ਜਾਂ ਸਿਰਫ ਡਿਕਰੀਜ਼ਿੰਗ ਹੋਵੇ। ਤਾਂ ਜਿਹੜਾ ਇਹ ਮੋਨੋਟੋਨਿਕ ਵਰਡ ਹੈ ਨਾ, ਇਹ ਜਿਹੜਾ ਮੋਨੋਟੋਨਿਕ ਇਹਦਾ ਮਤਲਬ ਕੀ ਹੁੰਦਾ, ਇਹਦਾ ਮਤਲਬ ਵੀ ਇਹੀ ਹੁੰਦਾ ਵੀ ਸਿੰਗਲ ਬਿਹੇਵੀਅਰ ਵੀ ਜੇ ਤਾਂ ਇਨਕਰੀਜ਼ ਕਰ ਰਹੀ ਹੈ ਸਿਰਫ ਇਨਕਰੀਜ਼ ਹੀ ਕਰੇ, ਜੇ ਡਿਕਰੀਜ਼ ਕਰ ਰਹੀ ਹੈ ਸਿਰਫ ਡਿਕਰੀਜ਼ ਹੀ ਕਰੇ। ਐਦਾਂ ਨਹੀਂ ਹੋਣਾ ਚਾਹੀਦਾ ਕਿ ਸਮ ਟਾਈਮ ਸੀਕੁਐਂਸ ਇਨਕਰੀਜ਼ ਕਰ ਰਹੀ ਹੈ, ਸਮ ਟਾਈਮ ਡਿਕਰੀਜ਼ ਕਰ ਰਹੀ ਹੈ, ਨਹੀਂ। ਜਸਟ ਇਨਕਰੀਜ਼ਿੰਗ ਔਰ ਜਸਟ ਡਿਕਰੀਜ਼ਿੰਗ ਹੁੰਦੀ ਹੈ ਮੋਨੋਟੋਨਿਕ ਸੀਕੁਐਂਸ, ਠੀਕ ਹੈ। ਤਾਂ ਮੋਨੋਟੋਨਿਕ ਸੀਕੁਐਂਸ ਦੇ ਵਿੱਚ ਤੁਸੀਂ ਲਿਖ ਸਕਦੇ ਹੋ ਆਈਦਰ ਇਨਕਰੀਜ਼ਿੰਗ ਔਰ ਡਿਕਰੀਜ਼ਿੰਗ, ਮਤਲਬ ਜਾਂ ਤਾਂ ਇਨਕਰੀਜ਼ਿੰਗ ਹੋਏਗੀ ਜਾਂ ਡਿਕਰੀਜ਼ਿੰਗ ਹੋਏਗੀ। ਤਾਂ ਹੁਣ ਜਦੋਂ ਇਨਕਰੀਜ਼ਿੰਗ ਡਿਕਰੀਜ਼ਿੰਗ ਦੀ ਗੱਲ ਛੇੜੀ ਹੈ ਤਾਂ ਆਪਾਂ ਇਨਕਰੀਜ਼ਿੰਗ ਨੂੰ ਸਮਝ ਲੈਂਦੇ ਆ ਪਹਿਲਾਂ। ਜਿਵੇਂ ਇਨਕਰੀਜ਼ਿੰਗ ਹੈ ਸਿਮਿਲਰਲੀ ਡਿਕਰੀਜ਼ਿੰਗ ਹੈ, ਕੋਈ ਵੀ ਫਰਕ ਨਹੀਂ ਹੈਗਾ। ਇਨਕਰੀਜ਼ਿੰਗ ਦੇ ਵਿੱਚ ਦੇਖੋ ਕੀ ਹੈ, ਇਨਕਰੀਜ਼ਿੰਗ ਹੁੰਦੀ ਹੈ ਨੈਵਰ ਡਿਕਰੀਜ਼। ਇਨਕਰੀਜ਼ਿੰਗ ਸੀਕੁਐਂਸ ਉਹ ਹੁੰਦੀ ਹੈ ਜਿਹੜੀ ਕਦੇ ਵੀ ਡਿਕਰੀਜ਼ ਨਹੀਂ ਕਰਦੀ, ਠੀਕ ਹੈ। ਹੁਣ ਇਨਕਰੀਜ਼ਿੰਗ ਸੀਕੁਐਂਸ ਕਿਹੜੀ ਹੁੰਦੀ ਹੈ, ਜਿਹੜੀ ਡਿਕਰੀਜ਼ ਨਹੀਂ ਕਰਦੀ। ਫॉर एग्जाम्पल मेरे को कोई भी मैं एक टर्म ले ला, मेरे को फर्स्ट टर्म है, मेरे को सेकंड टर्म है, मेरे को थर्ड टर्म है, अप टू सो ऑन मेरे को टर्म्स चलिया जांदियां ने। तो सेकंड टर्म हमेशा मेरी पहला वाली टर्म तो की होएगी, वड्डी होएगी। तो मतलब की है ये जड़ियां सीक्वेंसेस हुंदियां ने, ये मेरे को इंक्रीजिंग सीक्वेंस हुंदियां ने। फॉर एग्जाम्पल मैं तो 5 ले लिया, 6 ले लिया, 7 ले लिया, ठीक है। मैं इतने 7 चलो रिपीट भी कर लिया, 8 ले लिया, फिर मेरे को 9 आ गया, ठीक है। तो ये जी सीक्वेंस है मेरे को की होगी इंक्रीजिंग सीक्वेंस होगी। तो थोड़े माइंड च आ रहा होना मैम ये तो इंक्रीज नहीं कर रहा, फिर इंक्रीजिंग किमें हो गया, वी कैन रिपीट, ठीक है। सो इतने टर्म्स जिवें मैं तुहानूं दस्सिया कि ऑर्डर मैटर करता है ना। सो वो चीज़ जिवें कि कॉन्स्टेंट है, कॉन्स्टेंट सीक्वेंस सीगी मेरे को कोई भी, तो यही भी तो अपने को इंक्रीजिंग ही होएगी। पता नहीं किहड़ी ਉਹਦੇ ਵਿੱਚ मैं तुहानूं दस्सिया भी सी कि ਜਿਹੜੀ कॉन्स्टेंट सीक्वेंस ਹੁੰਦੀ ਹੈ ਉਹ इंक्रीजिंग भी ਹੁੰਦੀ ਹੈ और डिक्रीजिंग भी ਹੁੰਦੀ ਹੈ। इट इज़ ऑल्सो नोन एज इंक्रीजिंग। तो ਇੱਥੇ जो इंक्रीजिंग ਦੀ ਕੰਡੀਸ਼ਨ ਹੈ, ਇਸ ਕੰਡੀਸ਼ਨ ਨੂੰ ਧਿਆਨ ਦੇ ਵਿੱਚ ਪੜੋ ਕਿ ਇਹ ਕਦੇ ਵੀ ਡਿਕਰੀਜ਼ ਨਹੀਂ ਕਰਨੀ ਚਾਹੀਦੀ, ਸੇਮ ਰਹਿ ਸਕਦੀ ਹੈ। इट कैन बी सेम, इट कैन बी रिमेन, मतलब जो ना कंटिन्यूसली जिवें हुण कॉन्स्टेंट सीक्वेंस है ये इंक्रीज नहीं हो रहा, बट ध्यान देखो इत्थे डिक्रीज भी नहीं हो रहा। सो इंक्रीजिंग किहड़ी हुंदी है, जिहड़ी डिक्रीज ना होवे, सेम रह सकती है, इंक्रीज कर सकती है, बट इट इज़ नैसेसरी कि वह डिक्रीज ना होवे। तां ही आपां इत्थे नाल इक्वालिटी का साइन भी लैके चलदे आ कि नाल इक्वालिटी हैगी है, ठीक है। क्लीयर है। तो इनक्रीजिंग समझ आ गया। जेकर इनक्रीजिंग समझ आ गया तो इत्थे मैं हुण डिक्रीजिंग लिखदा। आई थिंक सो ये कोई भी डाउट नहीं होना। डिक्रीजिंग की हो जाती है, जिहड़ी नैवर इनक्रीज, जिहड़ी इनक्रीज नहीं करती। इट कैन बी रिमेन सेम बट ये इनक्रीज नहीं करनी चाहिए, ठीक है। तो ये की होएगा कि जिहड़ी मेरी फर्स्ट टर्म है वो हमेशा वड्डी होएगी सेकंड टर्म तो, वड्डी होएगी थर्ड टर्म तो, वड्डी होएगी फोर्थ टर्म तो, इस तरीके नाल चलदा रहिंदा। फॉर एग्जाम्पल जेकर मैं इत्थे एक कॉन्स्टेंट सीक्वेंस भी लिखदा तो यह मेरे को की होएगी डिक्रीजिंग सीक्वेंस भी होएगी। कॉन्स्टेंट सीक्वेंस इंक्रीजिंग एंड डिक्रीजिंग बोथ हुंदी है, डोंट फॉरगेट, ठीक है जी। तो ये जेकर मैं होर कोई एग्जाम्पल लिखने की कोशिश करा तो होर कोई एग्जाम्पल किहड़ी लिख सकते हैं आपां, होर लिख सकते हैं लाइक 5 4 4 3 3 1, ठीक है। तो यह भी मेरे को की होगी डिक्रीजिंग सीक्वेंस होगी, ठीक है। क्लीयर है। तो जी इंक्रीज नहीं कर रही। हुण तुसीं कहोगे फिर अपने कोल ओह वाला कंसैप्ट किहड़ा हुंदा, ओह वाला हुंदा जी स्ट्रिक्टली इंक्रीजिंग और स्ट्रिक्टली डिक्रीजिंग दा। तो स्ट्रिक्टली इंक्रीजिंग
ਹਾਲੇ ਤੱਕ ਆਪਾਂ ਮੇਰੇ ਖਿਆਲ ਦੇ ਵਿੱਚ ਇੰਨਾ ਕੀ ਪੜ੍ਹਦੇ ਆਏ ਹਾਂ ਕਿ ਜਿਹੜਾ ਸਟ੍ਰਿਕਟਲੀ ਇਨਕਰੀਜ਼ਿੰਗ ਹੈ ਉਸ ਦੇ ਵਿੱਚ ਇਕੁਐਲਿਟੀ ਨਹੀਂ ਆਉਂਦੀ ਹੈ ਨਾ। ਤਾਂ ਆਪਾਂ ਥੋੜਾ ਸਮਝ ਵੀ ਲੈਂਦੇ ਹਾਂ ਸਟ੍ਰਿਕਟਲੀ ਇਨਕਰੀਜ਼ਿੰਗ जो भी है, ठीक है, थोड़ा जिहा देख लियो समझ लियो। हाँ जी, तो स्ट्रिकली इनक्रीजिंग दे विच की चीज़ होंदी है, स्ट्रिकली इनक्रीजिंग दे विच अपने कोल होएगा जिहड़ी ऑलवेज इनक्रीज करदी है। हुण इहदे विच जेकर तुसीं समझण दी कोशिश करोगे तो यह अपने कोल की है, ऑलवेज इनक्रीज करदी है, मतलब समझ गए होंगे तुसीं। यह सेम नहीं होगी, यह घटूगी नहीं, ये डिक्रीज नहीं करूगी, सेम नहीं रहूगी, तो यह सिर्फ तो सिर्फ इनक्रीज करूगी। तो इनक्रीजिंग तो स्ट्रिकली इनक्रीजिंग दे विच यह फर्क होंदा है, ठीक है। तो जो तुसीं इसनूं लिखोगे तो यह मेरे कोल जिवें A1 A2 A3 हुण इत्थे इक्वालिटी दी कोई वो नहीं हैगी, इत्थे इक्वालिटी दी कोई भी जरूरत नहीं हैगी, ये सिर्फ तो सिर्फ वधेगी। इत्थे जेकर मैं आ चीज़ लिखदा 1 2 2 3 4 तो इन्हें गलत हो जाना है। सही किहड़ी होएगी, सिर्फ तो सिर्फ इनक्रीज होनी चाहिए, वो किस मर्जी पैटर्न दे विच होवे, ऐदा भी हो सकती है कि मैं मर्जी होवे बट वो इनक्रीज होनी चाहिए है, ठीक है। सिमिलरली फॉर स्ट्रिकली डिक्रीजिंग, स्ट्रिकली डिक्रीजिंग, स्ट्रिकली डिक्रीजिंग की होनी चाहिए है, ऑलवेज डिक्रीज करनी चाहिए, कदे भी इंक्रीज नहीं होएगी या कदे भी सेम नहीं रहेगी। सेम ही कॉन्सैप्ट है सारा, ठीक है, क्लियर है। तो ये तो सी अपने कोल मोनोटोनिक, मोनोटोनिक दे विच 4 कैटेगरीज होंदियां ने, चारों मैं थोड़े को एक्सप्लेन कर दित्तियां ने, ठीक है। हुण जेकर मोनोटोनिक की गल कीती है तो आपां नॉन मोनोटोनिक की गल कीते बिना किवें रह सकदे हां। तो नॉन मोनोटोनिक किहड़ी हुंदी है जी, नॉन मोनोटोनिक सीक्वेंस, ठीक है। तो नॉन मोनोटोनिक किहड़ी हुंदी है वो भी दसना पेगा आपां नूं। तो जिहड़ी सीक्वेंस देखो सिंगल बिहेवियर करती है, मतलब जां तां सिर्फ इनक्रीज होएगी जां सिर्फ डिक्रीज होएगी, वो तो हुंदी है मोनोटोनिक। तो जिहदे विच सिंगल बिहेवियर ना होके कदे कदे वो तुहानूं इनक्रीज करदी नज़र आती है, किसी किसी टाइम के उपर तुसीं देख रहे हो कि यह डिक्रीज कर रही है, तो मतलब जिहदे विच दोनों ही बिहेवियर्स हुंदे ने। फॉर एग्जाम्पल मैं इत्थे लिख रही हाँ -1 1 -1 1 1/2 1 3/2 4 1/7 किते वध गई किते घट गई। तो इस कैटेगरी दी जो सीक्वेंसिस हुंदियां ने उसनूं तुसीं आपां की बोलदे आ, जिहड़े इनक्रीज एंड डिक्रीज बोथ करदियां ने वो हुंदियां ने नॉन मोनोटोनिक सीक्वेंसिस। वेरी ईजी एंड सिंपल, ठीक है जी। तो मोनोटोनिक की हुंदी है और नॉन मोनोटोनिक की हुंदी है, उम्मीद है तुहानूं समझ आ गया होगा। तो एक अपने कोल हो गया मोनोटोनिक ते नॉन मोनोटोनिक वाला कॉन्सैप्ट, ठीक है। तो हुण इत्थों एक चीज़ पता लग जाती है भी जिहड़ी सीक्वेंस होएगी, जिहड़ी सीक्वेंस होएगी वो की होएगी, 2 कैटेगरीज दी हो सकती है, ठीक है। किहड़ी किहड़ी 2 कैटेगरीज दी हो सकती है, वो मोनोटोनिक हो सकती है और नॉन मोनोटोनिक हो सकती है। इट इज़ वेरी वेरी क्लियर, ठीक है। अगर वो मोनोटोनिक है देन, अगर वो नॉन मोनोटोनिक है देन, अगर वो मोनोटोनिक है देन वो मेरे को की होएगा, जा तो वो कन्वर्ज करेगी और या फिर वो डाइवर्ज करेगी, ठीक है। जिहड़ी मोनोटोनिक सीक्वेंस हुंदी है इट नैवर ऑसीलेट, यह कदे भी ऑक्सीलेट नहीं करती। तो यह तो क्लीयर जी गल है ना, आप पिछे एग्जाम्पल्स करके आए हैं कि जिहड़ी जां तां सिर्फ इनक्रीज कर रही होवे जां सिर्फ डिक्रीज कर रही होवे, हो सकता वो कन्वर्ज करे, हो सकता वो डाइवर्ज करे, पर वो ऑसीलेट नहीं करेगी, ठीक है, क्योंकि वो एक ही पैटर्न है। बट जिहड़ी नॉन मोनोटोनिक हुंदी है, नॉन मोनोटोनिक की होएगी वो कन्वर्ज भी कर सकती है और ऑसीलेट भी हो सकती है और कदे भी डाइवर्जेंट नहीं होंगे, ठीक है। सो इस चीज़ को अपने माइंड च क्लीयर रखियो, ये नाल भी थोड़े वही छोटे छोटे पॉइंट्स ने जोड़े होंगे। कहते इफ जेकर तुहानूं क्वेश्चन पूछ लिया जाता है, अ सीक्वेंस विच इज़ नॉन मोनोटोनिक एंड कन्वर्जेंट, इट ऑल्सो कैन बी ऑसीलेट, ठीक है। सो हो की हो सकती है, ऑसीलेट्स हो सकती है। बट अगर आप ध्यान च रखिए, अगर कोई मोनोटोनिक सीक्वेंस है जाता हो ओनली कन्वर्ज होएगी या डाइवर्ज होएगी, इट नैवर बी ऑसीलेट। तो जेडे थोड़े माइंड च ये ना आवे कि हाँ जी मैम ने रिजल्ट्स नहीं करवाए, प्रॉपर्टीज़ नहीं करवाइया, पॉइंट्स नहीं करवाइया, वो सारा कुछ इन्हां दे विच कवर होंदा है, सारा कुछ इन्हां छोटे छोटे टेबल्स दे विच कवर होंदा है, ठीक है। सो इदां दा कुछ नहीं है, ठीक है, सारा कुछ मैं तुहानूं कवर अप इत्थे करवा रही हूँ। जिवें कि तुसीं अगर चलो लिखना चाहते हो तो लिख भी सकते हो, जिवें कि अगर कोई भी एक एग्जाम्पल ले लो, एक अपने कोल कोची सीक्वेंस होंदी है ना, तो कोची सीक्वेंस भी इत्थे आपां डिस्कस करते हैं। उस तो पहला मोनोटोन बारे ही थोड़ा देखते हैं, फिर आपां नल ते कोची सीक्वेंस नूं डिस्कस करांगे। जिवें कि मोनोटोनिकली इनक्रीजिंग सीक्वेंस है, ठीक है, मोनोटोनिकली इनक्रीजिंग सीक्वेंस है। हुण जिहड़ी मोनोटोनिक है वो इनक्रीज हो रही है, इनक्रीज का मतलब वो की होगी जी, कन्वर्जेंट होगी या फिर बाउंडेड अबव होगी। अगर मोनोटोनिक सीक्वेंस है और वो डिक्रीज कर रही है तो वो की होएगी, डाइवर्जेंट होएगी या फिर वो बाउंडेड बिलो कन्वर्ज करेगी या बाउंडेड बिलो होएगी, है ना। तो ये सारियां कॉमन कॉमन जिहियां चीज़ां ने जिहड़ियां इस टेबल दे विच की हुंदियां ने कवर अप हुंदियां ने, क्लीयर है जी।
ਹੁਣ ਇਸ ਤੋਂ ਅੱਗੇ ਚੱਲਦੇ ਹਾਂ, ਥੋੜਾ ਹੋਰ ਥੋੜਾ ਡਿਟੇਲ ਦੇ ਵਿੱਚ ਦੇਖਦੇ ਹਾਂ ਕਿ ਲੈਟ ਮੈਨੂੰ ਕੋਈ ਵੀ ਇੱਕ ਸੀਕੁਐਂਸ ਦਿੱਤੀ ਹੋਈ ਹੈ ਔਰ ਉਹ ਸੀਕੁਐਂਸ ਮੇਰੇ ਕੋਲ ਕਿਹੜੀ ਸੀਕੁਐਂਸ ਹੈ, ਦੋ ਕੈਟਾਗਰੀਜ਼ ਦੇ ਵਿੱਚ ਅਗੇਨ ਡਿਵਾਈਡ ਹੋ ਜਾਂਦੀ ਹੈ। ਜਾਂ ਤਾਂ ਤੁਹਾਡੀ ਸੀਕੁਐਂਸ ਕੀ ਹੋ ਸਕਦੀ ਹੈ, ਮੋਨੋਟੋਨਿਕ ਹੋ ਸਕਦੀ ਹੈ, ਜਾਂ ਫਿਰ ਤੁਹਾਡੀ ਸੀਕੁਐਂਸ ਕੀ ਹੋ ਸਕਦੀ ਹੈ, ਨॉन मोनोटॉनिक हो सकती है। क्लियर है? ਜਾਂ ਤਾਂ ਤੁਹਾਡੀ ਸੀਕੁਐਂਸ ਕੀ ਹੋ ਸਕਦੀ ਹੈ, ਮੋਨੋਟੋਨਿਕ ਹੋ ਸਕਦੀ ਹੈ, ਜਾਂ ਫਿਰ ਤੁਹਾਡੀ ਸੀਕੁਐਂਸ ਕੀ ਹੋ ਸਕਦੀ ਹੈ, ਨॉन मोनोटॉनिक ਹੋ ਸਕਦੀ ਹੈ। ਜਿਹੜੇ ਮੈਂ ਦੋ ਰਿਜ਼ਲਟ ਬੋਲੇ ਆ ਨਾ, ਹੁਣ ਉਹਨਾਂ ਨੂੰ ਜ਼ਿਆਦਾ ਡਿਟੇਲ ਦੇ ਵਿੱਚ ਐਕਸਪਲੇਨ ਕਰਨ ਲਈ ਇਹ ਟੇਬਲ ਆਪਾਂ ਬਣਾ ਰਹੇ ਹਾਂ। ਹੁਣ ਇਹਦੇ ਵਿੱਚ ਦੇਖੋ ਜਿਹੜਾ ਮੋਨੋਟੋਨਿਕ ਵਾਲਾ ਕੰਮ ਹੈ, ਉਹ ਮੋਨੋਟੋਨਿਕ ਵਾਲਾ ਕੰਮ ਦੇ ਵਿੱਚ ਦੋ ਚੀਜ਼ਾਂ ਆਉਂਦੀਆਂ। ਜਾਂ ਤਾਂ ਤੁਹਾਡੀ ਕੀ ਹੋਏਗੀ, ਬਾਉਂਡਡ ਹੋਏਗੀ, ਜਾਂ ਫਿਰ ਤੁਹਾਡੀ ਕੀ ਹੋਏਗੀ, ਅਨਬਾਉਂਡਡ ਹੋਏਗੀ। ਠੀਕ ਹੈ, ਪਹਿਲਾਂ ਇਹਨਾਂ ਦੋਨਾਂ ਨੂੰ ਵੀ ਡਿਸਕਸ ਕਰਦੇ ਹਾਂ, ਨੋਨ ਵੱਲ ਫੇਰ ਜਾਵਾਂਗੇ। ਤੇ ਜਾਂ ਤਾਂ ਤੁਹਾਡੀ ਬਾਉਂਡਡ ਹੋਏਗੀ ਜਾਂ ਅਨਬਾਉਂਡਡ ਹੋਏਗੀ। ਹੁਣ ਧਿਆਨ ਨਾਲ ਸੋਚੋ, ਧਿਆਨ ਨਾਲ ਸਮਝੋ, ਧਿਆਨ ਨਾਲ ਦੇਖੋ। ਜਿਹੜੀ ਮੋਨੋਟੋਨਿਕ ਹੈ ਉਹ ਜਾਂ ਤਾਂ ਕਨਵਰਜ ਕਰੇਗੀ ਜਾਂ ਡਾਈਵਰਜ ਕਰੇਗੀ, ਜਾਂ ਬਾਉਂਡਡ ਹੋਏਗੀ ਜਾਂ ਅਨਬਾਉਂਡਡ ਹੋਏਗੀ। ਤੀਸਰਾ ਕੋਈ ਕੇਸ ਹੈ ਹੀ ਨਹੀਂ, ਤੀਸਰਾ ਕੋਈ ਕੇਸ ਹੈ ਹੀ ਨਹੀਂ। ਅਗਰ ਉਹ ਬਾਉਂਡਡ ਹੈ ਤਾਂ ਉਹ ਹਮੇਸ਼ਾ ਕਨਵਰਜ ਕਰਿਆ ਕਰੇਗੀ, ਔਰ ਅਗਰ ਉਹ ਅਨਬਾਉਂਡਡ ਹੈ ਦੈਨ ਉਹ ਹਮੇਸ਼ਾ ਡਾਈਵਰਜ ਕਰਿਆ ਕਰੇਗੀ। ਠੀਕ ਹੈ ਜੀ, ਅਗਰ ਉਹ ਕਨਵਰਜ ਕਰ ਰਹੀ ਹੈ ਤਾਂ ਉਹਦੀ ਦੋ ਚੀਜ਼ਾਂ ਨੇ, ਉਹ ਇਨਕਰੀਜ਼ਿੰਗ ਵੀ ਹੋ ਸਕਦੀ ਹੈ ਔਰ ਉਹ ਡਿਕਰੀਜ਼ਿੰਗ ਵੀ ਹੋ ਸਕਦੀ ਹੈ। ਠੀਕ ਹੈ, ਅਗਰ ਉਹ ਡਾਈਵਰਜ ਕਰ ਰਹੀ ਹੈ ਤਾਂ ਇੱਥੇ ਵੀ ਉਹ ਇਨਕਰੀਜ਼ਿੰਗ ਵੀ ਹੋ ਸਕਦੀ ਹੈ ਔਰ ਉਹ ਡਿਕਰੀਜ਼ਿੰਗ ਵੀ ਹੋ ਸਕਦੀ ਹੈ। ਤੇ ਸੀਕੁਐਂਸ ਤੇ ਕਿਸੇ ਵੀ ਫਾਰਮੈਟ ਦੇ ਵਿੱਚ ਹੋ ਸਕਦੀ ਹੈ, ਇਨਕਰੀਜ਼ਿੰਗ ਔਰ ਡਿਕਰੀਜ਼ਿੰਗ, ਹਨਾ। ਤਾਂ ਜੇਕਰ ਉਹ ਇਨਕਰੀਜ਼ਿੰਗ ਹੈ ਤਾਂ ਇਹ ਕਿਹਨੂੰ ਕਨਵਰਜ ਕਰਿਆ ਕਰੇਗੀ, ਇਟ ਕਨਵਰਜ ਟੂ ਇਟਸ ਲੀਸਟ ਅਪਰ ਬਾਉਂਡ। ਠੀਕ ਹੈ, ਤਾਂ ਇਹ ਕਿਹਨੂੰ ਕਨਵਰਜ ਕਰਿਆ ਕਰੇਗੀ, ਇਸ ਦੀ ਲੀਸਟ ਅਪਰ ਬਾਉਂਡ ਨੂੰ ਕਨਵਰਜ ਕਰਿਆ ਕਰੇਗੀ। ਜੇਕਰ ਇਹ ਡਿਕਰੀਜ਼ਿੰਗ ਹੈ ਦੈਨ ਇਟ ਕਨਵਰਜ ਟੂ ਇਟਸ ਗ੍ਰੇਟੈਸਟ ਲੋਅਰ ਬਾਉਂਡ, ਤਾਂ ਇਹ ਗ੍ਰੇਟੈਸਟ ਲੋਅਰ ਬਾਉਂਡ ਨੂੰ ਕਨਵਰਜ ਕਰਿਆ ਕਰੇਗੀ। ਔਰ ਡਾਈਵਰਜੈਂਟ ਦੇ ਵਿੱਚ ਜੇਕਰ ਇਹ ਇਨਕਰੀਜ਼ਿੰਗ ਹੈ ਦੈਨ ਕਲੀਅਰ ਹੈ ਕਿ ਇਹ ਕਿਹਨੂੰ ਡਾਈਵਰਜ ਕਰੂਗੀ, ਪੋਜ਼ਿਟਿਵ ਇਨਫਿਨਿਟੀ ਨੂੰ, ਔਰ ਜੇਕਰ ਡਿਕਰੀਜ਼ਿੰਗ ਹੈ ਤਾਂ ਇਹ ਮਾਈਨਸ ਇਨਫਿਨਿਟੀ ਨੂੰ ਡਾਈਵਰਜ ਕਰੂਗੀ। ਇਹਦੇ ਵਿੱਚ ਕਿਸੇ ਨੂੰ ਵੀ ਕੋਈ ਵੀ ਡਾਊਟ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ, ਕਲੀਅਰ ਹੈ, ਉਮੀਦ ਹੈ ਕਲੀਅਰ ਹੋਊਗਾ। ਇਸ ਤੋਂ ਬਾਅਦ ਜੇਕਰ ਆਪਾਂ ਗੱਲ ਕਰੀਏ ਨॉन मोनोटॉनिक ਸੀਕੁਐਂਸ ਦੀ, ਕਿ नॉन मोनोटॉनिक ਸੀਕੁਐਂਸ ਦਾ ਕੀ ਆ। ਹੁਣ ਦੇਖੋ नॉन मोनोटॉनिक ਸੀਕੁਐਂਸ ਦੇ ਵਿੱਚ ਕੀ ਆ ਜਾਂਦਾ ਹੈ, ਉਹੀ ਹੈ ਸੀਕੁਐਂਸ ਜਾਂ ਤਾਂ ਮੋਨੋਟੋਨਿਕ ਹੋਏਗੀ ਜਾਂ नॉन मोनोटॉनिक ਹੋਏਗੀ। ਮੈਂ ਇਹ ਟੇਬਲ ਇੱਥੋਂ ਸਟਾਰਟ ਕਰ ਰਹੀ ਹਾਂ, ਇੱਥੇ ਸਪੇਸ ਨਹੀਂ ਹੋਣ ਕਰਕੇ। ਠੀਕ ਹੈ, ਸੋ ਜਿਹੜੀ ਤੁਹਾਡੇ ਕੋਲ नॉन मोनोटॉनिक ਸੀਕੁਐਂਸਿਸ ਹੁੰਦੀਆਂ ਨੇ, नॉन मोनोटॉनिक, ਇਹਦੇ ਵਿੱਚ ਕੀ ਕੀ ਬਣਦਾ ਹੈ, ਇਹਦੇ ਵਿੱਚ ਆਪਣੇ ਕੋਲ ਬਣਦਾ ਹੈ ਕਿ ਜਾਂ ਤਾਂ ਤੁਹਾਡੀ ਜਿਹੜੀ ਸੀਕੁਐਂਸ ਹੈ ਓਸੀਲੇਟ ਹੈ, ਹਨਾ। ਜਦੋਂ ਜ਼ਿਆਦਾ ਇਹ ਕੀ ਹੋਏਗੀ, ਕਨਵਰਜੈਂਟ ਹੋਏਗੀ, ਜਾਂ ਫਿਰ ਕੀ ਹੋਏਗੀ, ਓਸੀਲੇਟ ਹੋਏਗੀ। ਡਾਈਵਰਜੈਂਟ ਤਾਂ ਇਹ ਹੋ ਨਹੀਂ ਸਕਦੀ। ਤਾਂ ਇਹਦੇ ਵਿੱਚ ਦੋ ਚੀਜ਼ਾਂ ਬਣ ਜਾਂਦੀਆਂ, ਜਾਂ ਤਾਂ ਇਹ ਕੀ ਹੋਏਗੀ, ਬਾਉਂਡਡ ਹੋਏਗੀ, ਕਲੀਅਰ ਜੀ ਗੱਲ ਹੈ, ਜਾਂ ਫਿਰ ਇਹ ਕੀ ਹੋਏਗੀ, ਅਨਬਾਉਂਡਡ ਹੋਏਗੀ। ਇਹ 'ਚ ਦੋਨੋਂ ਚੀਜ਼ਾਂ ਤਾਂ ਹੋਣਗੀਆਂ, ਬਾਉਂਡਡ ਜਾਂ ਅਨਬਾਉਂਡਡ। ਹੁਣ ਜੇਕਰ ਇਹ ਬਾਉਂਡਡ ਹੈ, ਧਿਆਨ ਨਾਲ ਸਮਝੋ, ਜੇਕਰ ਇਹ ਬਾਉਂਡਡ ਹੈ ਤਾਂ ਆਪ ਹੀ ਸੋਚ ਕੇ ਦੇਖੋ ਕਿ ਜੇਕਰ ਇਹ ਬਾਉਂਡਡ ਹੈ ਤਾਂ ਮਤਲਬ ਕੀ ਹੈ, ਜਾਂ ਤਾਂ ਇਹ ਕੀ ਹੋਏਗੀ, ਕਨਵਰਜ ਕਰ ਰਹੀ ਹੋਏਗੀ ਤਾਂ ਹੀ ਬਾਉਂਡਡ ਹੈ। ਜੇਕਰ ਇਹ ਓਸੀਲੇਟ ਹੈ ਵੀ ਤਾਂ ਓਸੀਲੇਟ ਵੀ ਕਿਹੜਾ ਹੋਏਗੀ, ਫਿਨਾਈਟ ਵਾਲਾ ਓਸੀਲੇਟ ਹੋਏਗੀ ਤਾਂ ਹੀ ਬਾਉਂਡਡ ਹੈ। ਠੀਕ ਹੈ, ਔਰ ਅਗਰ ਇਹ ਅਨਬਾਉਂਡਡ ਹੈ ਤਾਂ ਜਾਂ ਤਾਂ ਇਹ ਕੀ ਕਹੋ, ਡਾਈਵਰਜ ਤਾਂ ਦੇਖੋ ਇਹ ਹੋ ਨਹੀਂ ਸਕਦੀ, ਹਨਾ। ਜਿਵੇਂ ਮੈਂ ਗਲਤੀ ਨਾਲ ਲਿਖਣ ਲੱਗੀ ਸੀ ਡਾਈਵਰਜੈਂਟ, ਤਾਂ ਡਾਈਵਰਜੈਂਟ ਤਾਂ ਇਹ ਹੋ ਨਹੀਂ ਸਕਦੀ। ਤਾਂ ਇਹ ਕੀ ਹੋਏਗੀ, ਓਸੀਲੇਟ ਇਨਫਿਨਾਈਟ ਹੀ ਹੋਏਗੀ। ਠੀਕ ਹੈ, ਤਾਂ ਇਹ ਕੀ ਹੋਏਗੀ, ਓਸੀਲੇਟ ਇਨਫਿਨਾਈਟ ਹੀ ਹੋਏਗੀ। ਠੀਕ ਹੈ, ਸੋ देयर इज अ रिजल्ट कि नॉन मोनोटोनिक सीक्वेंस which is unbounded that is definitely oscillate infinite। ਠੀਕ ਹੈ, ਤਾਂ ਇਹਦਾ ਰਿਜ਼ਲਟ ਬਣ ਜਾਂਦੇ ਆ ਤੁਹਾਡੇ। ਤਾਂ ਇਹਦੇ ਵਿੱਚ ਦੇਖੋ ਜੀ, ਇਹਦੇ ਵਿੱਚ ਕੀ ਹੈ, ਇਹਦੇ ਵਿੱਚ ਹੋ ਸਕਦਾ ਹੈ ਕਿ ਹੁਣ ਜਿਹੜਾ ਆਪਣੇ ਕੋਲ ਇੱਥੇ ਵੀ ਦੋ ਕੇਸਿਸ ਬਣਦੇ ਆ, ਇਹਦੀ ਕੋਈ ਵੀ ਇੱਕ ਐਗਜ਼ਾਮਪਲ ਲੈ ਲਓ, ਐਗਜ਼ਾਮਪਲ -2 ਦੀ ਪਾਵਰ n ਲੈ ਲਓ। ਠੀਕ ਹੈ, ਤੁਹਾਨੂੰ ਐਗਜ਼ਾਮਪਲ ਬਹੁਤ ਵਾਰੀ ਕਰਵਾ ਚੁੱਕੀ ਹਾਂ ਮੈਂ। ਠੀਕ ਹੈ, ਤਾਂ ਹੁਣ ਇਹਦੇ ਵਿੱਚ ਅੱਗੇ ਕਿਹੜੇ ਦੋ ਬਣਦੇ ਆ ਕਿ ਜਿਹੜਾ ਗੈਪ ਹੋਏਗਾ, ਗੈਪ ਬਿਟਵੀਨ terms is remaining same। ठीक है, gap between terms is reducing। ਤਾਂ ਤੁਸੀਂ ਸੋਚ ਕੇ ਦੇਖੋ, ਕਿਸੇ ਸੀਕੁਐਂਸ ਦੇ ਵਿੱਚ ਉਹਨਾਂ ਦੀਆਂ ਟਰਮਸ ਦੇ ਵਿੱਚ ਗੈਪ ਰਿਡਿਊਸ ਹੋ ਰਿਹਾ। ਪਹਿਲਾਂ -1 ਸੀ, 1/2, -1/3, 1/4, ਹਨਾ, ਇੱਦਾਂ ਦੀਆਂ ਟਰਮਸ ਨੇ। ਇਹਦੇ ਵਿੱਚ ਜੇ ਮੈਂ ਗੈਪ ਕੱਢਣ ਦੀ ਕੋਸ਼ਿਸ਼ ਕਰਾਂ, ਪਹਿਲੀਆਂ ਦੋ ਟਰਮਸ ਦਾ ਜਿਹੜਾ ਗੈਪ ਹੋਏਗਾ ਉਹ ਹੋਏਗਾ ਕੁਝ 3/2 ਵਿਚ ਇਜ਼ ਇਕੁਅਲ ਟੂ 1.5। ਠੀਕ ਹੈ, ਕੁਝ ਫਿਰ ਅਗਲਿਆਂ ਦਾ ਕੱਢੂੰਗੀ, ਮੇਰੇ ਕੋਲ ਕਿੰਨਾ ਆ ਜਾਏਗਾ, ਕੁਝ ਨਾ ਕੁਝ 5/6 ਨੀਅਰ ਅਬਾਊਟ 0.8 ਸਮਥਿੰਗ ਕੁਝ ਆਏਗਾ। ਤਾਂ ਮਤਲਬ ਗੈਪ ਘਟ ਰਿਹਾ। ਤਾਂ ਅੱਗੇ ਜਾ ਕੇ ਇੱਕ ਟਾਈਮ ਤੇ ਆ ਕੇ ਗੈਪ ਬਹੁਤ ਜ਼ਿਆਦਾ ਘਟ ਜਾਏਗਾ, ਤੇ ਬਹੁਤ ਜ਼ਿਆਦਾ ਗੈਪ ਘਟਣ ਦੇ ਨਾਲ ਕੀ ਹੋਊਗਾ, ਤੁਹਾਡੀਆਂ ਟਰਮਸ ਸੇਮ ਆਣੀਆਂ ਸ਼ੁਰੂ ਹੋ ਜਾਣਗੀਆਂ।
ठीक है। तो इस कैटेगरी ਦੇ ਵਿੱਚ ਤੁਹਾਡੇ ਕੋਲ ਇੱਕ ਲਾਸਟ ਤੇ ਇੱਕ ਪਾਰਟਿਕੂਲਰ ਨੰਬਰ ਬਾਰ-ਬਾਰ ਰਿਪੀਟ ਹੋਣਾ ਸ਼ੁਰੂ ਹੋ ਜਾਊਗਾ, ਤਾਂ ਕਰਕੇ ਇਦਾਂ ਦੀਆਂ ਜੋ ਟਰਮਸ ਹੁੰਦੀਆਂ ਨੇ ਉਸ ਨੂੰ ਤੁਸੀਂ ਕੀ ਬੋਲਦੇ ਹੋ, ਕਨਵਰਜੈਂਟ ਹੁੰਦੀਆਂ ਨੇ। ਬਟ ਜਿਹਦੇ ਵਿੱਚ ਟਰਮਸ ਦੇ ਵਿੱਚ ਗੈਪ ਸੇਮ ਹੈ, ਲਾਈਕ -1 1 -1 1 ਅਪ ਟੂ ਸੋਨ, ਤਾਂ ਇਹਦੇ ਵਿੱਚ ਤਾਂ ਕੁਝ ਵੀ ਕਰੀ ਚਲੋ ਤੁਹਾਡੇ ਕੋਲ ਗੈਪ ਸੇਮ ਹੀ ਰਹੇਗਾ, 2 ਹੀ ਰਹੇਗਾ ਹਮੇਸ਼ਾ। ਤਾਂ ਇਹ ਕੀ ਹੁੰਦੀਆਂ ਨੇ, ਓਸੀਲੇਟ ਫਿਨਾਈਟ ਹੁੰਦੀਆਂ, ਠੀਕ ਹੈ ਜੀ। ਇਹ ਕੀ ਹੁੰਦੀਆਂ ਹਨ, ਓਸੀਲੇਟ ਫਿਨਾਈਟ ਹੁੰਦੀਆਂ ਹਨ, ਠੀਕ ਹੈ। ਸੋ ਇਸ ਤਰੀਕੇ ਨਾਲ ਤੁਸੀਂ ਕੁਐਸਚਨਸ ਨੂੰ ਦੇਖ ਸਕਦੇ ਹੋ। ਜਿੱਥੇ ਤੁਸੀਂ ਪਜ਼ਲ ਹੋਵੋ ਕਿ ਅਸੀਂ ਕੀ ਕਰੀਏ, ਸਾਨੂੰ ਨਹੀਂ ਸਮਝ ਆ ਰਿਹਾ ਕਿ ਕਨਵਰਜੈਂਟ ਹੈ ਜਾਂ ਡਾਈਵਰਜੈਂਟ ਹੈ, ਉੱਥੇ ਤੁਸੀਂ ਸੀਰੀਜ਼ ਨੂੰ ਖੋਲ ਲਓ, ਖੋਲ ਕੇ ਤੁਹਾਡਾ ਸਾਰਾ ਦਾ ਸਾਰਾ ਕੁਐਸਚਨ ਜੋ ਹੈ ਬਹੁਤ ਹੀ ਈਜ਼ੀ ਬਣ ਜਾਣਾ। ਜੇ ਤੁਹਾਨੂੰ ਇਹ ਰਿਜ਼ਲਟਸ ਆਉਂਦੇ ਨੇ ਤਾਂ ਤੁਹਾਨੂੰ ਸੀਕੁਐਂਸ ਖੋਲ ਲਈ ਤਾਂ ਆਈ ਥਿੰਕ ਸੋ ਤੁਹਾਡਾ ਕੁਐਸਚਨ ਆਰਾਮ ਨਾਲ ਅਟੈਂਪਟ ਹੋ ਜਾਣਾ ਚਾਹੀਦਾ ਹੈ, ਠੀਕ ਹੈ ਜੀ। ਕਲੀਅਰ ਹੈ? ਚਲੋ, ਤਾਂ ਇਹ ਤਾਂ ਸੀ ਆਪਣੇ ਕੋਲੇ ਮੋਨੋਟੋਨਿਕ ਬਾਰੇ, ਹੈ ਨਾ। ਚਲੋ ਇਸੇ ਹੀ ਵੀਡੀਓ ਦੇ ਵਿੱਚ ਆਪਾਂ ਨਲ ਸੀਕੁਐਂਸ ਨੂੰ ਵੀ ਡਿਸਕਸ ਕਰ ਲੈਂਦੇ ਹਾਂ ਕਿ ਨਲ ਸੀਕੁਐਂਸ ਕੀ ਹੁੰਦੀ ਹੈ। ਨਲ ਸੀਕੁਐਂਸ ਆਪਾਂ ਐਵੇਂ ਨਹੀਂ ਕਿ ਇਹ ਸਾਰੀਆਂ ਟਰਮਸ ਜ਼ੀਰੋ ਹੁੰਦੀਆਂ ਨੇ, ਬਿਲਕੁਲ ਨਹੀਂ। ਨਲ ਸੀਕੁਐਂਸ ਇਜ਼ ਅ ਸੀਕੁਐਂਸ ਜਿਹੜੀ ਕਿਹਨੂੰ ਕਨਵਰਜ ਕਰਦੀ ਹੈ, ਜ਼ੀਰੋ ਨੂੰ ਕਨਵਰਜ ਕਰਦੀ ਹੈ। ਸੋ ਇੱਥੇ ਡੈਫੀਨੇਸ਼ਨ ਹੈ, ਲਿਖ ਲੈਂਦੇ ਹਾਂ ਸਿੰਪਲ ਜੀ। ਅ ਕਨਵਰਜੈਂਟ ਸੀਕੁਐਂਸ is said to be convergent sequence if it converge to 0। ਤਾਂ ਮਤਲਬ ਜਿਹਨੂੰ 0 ਨੂੰ ਕਨਵਰਜ ਕਰਕੇ, ਲਾਈਕ ਜਿਵੇਂ ਆਹ ਵਾਲੀ ਸੀਕੁਐਂਸ ਹੈ, ਇਹਨੂੰ ਕਨਵਰਜ ਕਰੋਗੇ ਤਾਂ 0 ਆਏਗਾ। ਕਨਵਰਜ 0 ਨੂੰ ਕਰਦੇ ਉਸ ਨੂੰ ਆਪਾਂ ਕੀ ਬੋਲਦੇ ਹਾਂ, ਨਲ ਸੀਕੁਐਂਸ। ਤੇ ਕਨਵਰਜੈਂਟ ਸੀਕੁਐਂਸ ਦਾ ਹੀ ਇੱਕ ਪਾਰਟਿਕੂਲਰ ਜਿਹਾ ਕੇਸ ਹੋ ਗਿਆ, ਠੀਕ ਹੈ। ਇਹਦੇ ਵਿੱਚ ਹੁਣ ਆਪਾਂ ਕੋਚੀ ਸੀਕੁਐਂਸ ਵੀ ਡਿਸਕਸ ਕਰ ਰਹੇ ਹਾਂ, ਕਿਉਂਕਿ ਦੈਟ ਇਜ਼ ਆਲਸੋ ਅ ਵੈਰੀ ਇੰਪੋਰਟੈਂਟ ਪਾਰਟ ਆਫ ਆਵਰ ਐਗਜ਼ਾਮ। ਕੋਚੀ ਸੀਕੁਐਂਸ ਕੀ ਹੁੰਦੀ ਹੈ? ਅ ਸੀਕੁਐਂਸ is said to be Cauchy sequence if an minus am, मतलब उसदियां दो टर्म्स आ माइनस, अपसाइनल तो छोटा होवे फॉर ऑल n ते m ने जेडे p तो ग्रेटर होने चाहिए ने, ठीक है। ਤੇ ਅਪਸਾਈਨਲ ਕੀ ਹੋਏਗਾ, 0 ਤੋਂ ਵੱਡਾ ਹੋਏਗਾ, ਬਟ ਬਹੁਤ ਹੀ ਜ਼ਿਆਦਾ ਇੱਕ ਸਮਾਲ ਨੰਬਰ ਹੋਏਗਾ, ਹਾਊ ਐਵਰ ਸਮਾਲ ਹੋਏਗਾ, ਬਹੁਤ ਹੀ ਜ਼ਿਆਦਾ ਸਮਾਲ ਨੰਬਰ ਹੋਏਗਾ, ਠੀਕ ਹੈ। ਐਂਡ ਉਹ ਕੀ ਕਰਦਾ ਹੋਏ, p ਕੀ ਕਰਦਾ ਹੋਏਗਾ, p ਡਿਪੈਂਡ ਹੋਏਗਾ, ਡਿਪੈਂਡ ਅਪਨ ਅਪਸਾਈਨਲ, ਠੀਕ ਹੈ ਜੀ। ਤਾਂ ਵੈਰੀ ਸਿੰਪਲ, ਇਹ ਸਿੱਧੀ ਡੈਫੀਨੇਸ਼ਨ ਤੁਸੀਂ ਆਪਣੇ ਮਾਈਂਡ 'ਚ ਰੱਖਣੀ ਹੈ, ਡੈਫੀਨੇਸ਼ਨ ਦਿੱਤੀ ਹੋਈ ਹੁੰਦੀ ਹੈ, ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਇਹਦੇ ਕੁਝ ਰਿਜ਼ਲਟਸ ਨੇ ਕਿ ਜਿਹੜੀ ਕੋਚੀ ਸੀਕੁਐਂਸ ਹੈ ਉਹ ਹਮੇਸ਼ਾ ਹੀ ਕਨਵਰਜ ਕਰਦੀ ਹੈ, ਠੀਕ ਹੈ। ਤਾਂ ਤੁਸੀਂ ਇੱਥੇ ਲਿਖ ਸਕਦੇ ਹੋ, ਐਵਰੀ Cauchy sequence is convergent। ਤਾਂ ਜਿੱਥੇ ਵੀ ਤੁਹਾਨੂੰ ਪੁੱਛ ਲਿਆ ਕਿ Cauchy sequence convergent ਹੁੰਦੀ ਹੈ ਜਾਂ ਨਹੀਂ, ਯੈਸ ਜੀ ਹੁੰਦੀ ਹੈ। ਸੈਕਿੰਡ, ਐਵਰੀ, ਇਹਦਾ ਕਨਵਰਸ ਵੀ ਟਰੂ ਹੈ, ਮਤਲਬ ਐਵਰੀ ਕਨਵਰਜੈਂਟ ਸੀਕੁਐਂਸ ਇਜ਼ Cauchy sequence, ਮਤਲਬ ਹਰ ਇੱਕ ਜੋ ਕਨਵਰਜੈਂਟ ਸੀਕੁਐਂਸ ਹੈ ਉਹ Cauchy sequence ਵੀ ਹੁੰਦੀ ਹੈ, ਤਾਂ ਇਸ ਦਾ ਕਨਵਰਸ ਵੀ ਟਰੂ ਹੈ, ਠੀਕ ਹੈ। ਹੁਣ ਕਿਉਂਕਿ ਇਹ ਕਨਵਰਜ ਹੈ ਤਾਂ ਇੱਥੋਂ ਇੱਕ ਰਿਜ਼ਲਟ ਹੋਰ ਬਣ ਜਾਂਦਾ ਹੈ, ਕੀ ਬਣ ਜਾਂਦਾ ਹੈ, ਐਵਰੀ ਕੋਚੀ ਸੀਕੁਐਂਸ ਇਜ਼ ਬਾਉਂਡਡ, ਜੋ ਕਿ ਆਪਣੀ ਕਾਮਨ ਸੈਂਸ ਹੈ। ਅਗਰ ਕਨਵਰਜੈਂਟ ਹੈ ਦੈਨ ਬਾਉਂਡਡ ਤਾਂ ਹੋਏਗੀ ਨਾ, ਠੀਕ ਹੈ। ਤਾਂ ਇੱਥੋਂ ਇੱਕ ਰਿਜ਼ਲਟ ਹੋਰ ਬਣ ਜਾਂਦਾ ਹੈ ਕਿ ਐਵਰੀ ਬਾਉਂਡਡ ਸੀਕੁਐਂਸ ਇਜ਼ ਐਵਰੀ ਕੋਚੀ ਸੀਕੁਐਂਸ ਇਜ਼ ਬਾਉਂਡਡ, ਠੀਕ ਹੈ। ਤਾਂ ਹੁਣ ਅਗਰ ਗੱਲ ਕੀਤੀ ਜਾਵੇ, ਇਹ ਹਮੇਸ਼ਾ ਕਨਵਰਜ ਕਰਦੀ ਹੈ, ਬਸ ਇਹ ਤਾਂ ਬੇਸਿਕ ਜਿਹੀ ਚੀਜ਼ਾਂ ਨੇ ਹੈਗੀ ਆਪਣੀ ਕੋਚੀ ਸੀਕੁਐਂਸ, ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਤਾਂ ਇਹਦੇ ਵਿੱਚ ਆਪਣੀਆਂ ਕਿਹੜੀਆਂ ਚੀਜ਼ਾਂ ਕਵਰ ਹੋਈਆਂ ਨੇ ਇਸ ਛੋਟੀ ਜਿਹੀ ਵੀਡੀਓ ਦੇ ਵਿੱਚ। ਮੋਨੋਟੋਨਿਕ, ਨੋਨ ਮੋਨੋਟੋਨਿਕ, ਕੁਐਸਚਨ ਕਿਵੇਂ ਸੋਲਵ ਕਰਨੇ ਆ, ਕਿਹੜੇ ਪੁਆਇੰਟਸ ਨੇ। ਮੈਂ ਸਪੈਸ਼ਲੀ ਕੱਲਾ ਪੁਆਇੰਟ ਮੈਨੂੰ ਲੱਗਦਾ ਰੱਟੇ ਵਾਲਾ ਕੰਮ ਹੋ ਜਾਂਦਾ, ਫਿਰ ਤੁਸੀਂ ਵੀ ਜਸਟ ਲਿਖਦੇ ਰਹਿੰਦੇ ਹੋ। ਸੋ ਮੈंने ਟੇਬਲਸ ਦੇ ਵਿੱਚ ਉਸ ਨੂੰ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਐਂਡ ਇਸ ਤੋਂ ਬਾਅਦ ਆ ਗਿਆ ਕੋਚੀ ਸੀਕੁਐਂਸ ਕਨਵਰਜੈਂਟ ਹੁੰਦੀ ਹੈ, ਕੋਚੀ ਸੀਕੁਐਂਸ ਆਪਣਾ ਹੋ ਗਿਆ, ਨਲ ਸੀਕੁਐਂਸ ਹੋ ਗਿਆ। ਰਹਿ ਕੀ ਕੁਝ ਗਿਆ ਉਹ ਆਪਾਂ ਦੇਖ ਲੈਂਦੇ ਹਾਂ, ਨਜ਼ਰ ਘੁਮਾ ਲੈਂਦੇ ਹਾਂ ਇੱਕ ਛੋਟਾ ਜਿਹਾ ਕਿ ਸੀਰੀਜ਼ ਐਂਡ ਸੀਕੁਐਂਸ ਦੇ ਵਿੱਚ ਕਿਹੜੀਆਂ ਚੀਜ਼ਾਂ ਆਪਣੀਆਂ ਰਹਿ ਗਈਆਂ, ਆਪਣੀਆਂ ਥਿਊਰਮਸ ਰਹਿ ਗਈਆਂ, ਠੀਕ ਹੈ। ਸੈਂਡਵਿਚ ਥਿਊਰਮ ਹੋ ਗਈ, ਹੈ ਨਾ। ਸਬ ਸੀਕੁਐਂਸ ਕੀ ਹੁੰਦੀ ਆ ਉਹ ਰਹਿ ਗਈ, ਬੋਲਜ਼ਾਨੋ ਰਹਿ ਗਈ, ਠੀਕ ਹੈ। ਤੇ ਛੋਟੀਆਂ ਚੀਜ਼ਾਂ ਰਹਿ ਗਈਆਂ, ਇਹਨਾਂ ਨੂੰ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਵਰ ਅਪ ਕਰਾਂਗੇ। ਐਂਡ ਆਫਟਰ ਦੈਟ ਆਪਣਾ ਇਹ ਟੌਪਿਕ ਕੰਪਲੀਟ ਹੋ ਜਾਊਗਾ। ਮੈਂ ਪੋਲ ਨੂੰ ਐਡ ਕਰੂੰਗੀ, ਅਗਲਾ ਟੌਪਿਕ ਕਿਹੜਾ ਹੋਏਗਾ ਉਹ ਤੁਸੀਂ ਦੱਸੋਗੇ। ਫਟਾਫਟ ਦੱਸ ਦਿਓ ਕਿਹੜਾ ਟੌਪਿਕ ਆਪਾਂ ਕਵਰ ਕਰਨਾ ਹੈ, ਤੇ ਉਸ ਅਕੋਰਡਿੰਗ ਆਪਣੀ ਕਲਾਸਿਸ ਚੱਲਦੀਆਂ ਰਹਿਣਗੀਆਂ, ਠੀਕ ਹੈ ਜੀ। ਕਲਾਸ ਪਸੰਦ ਆਈ ਦੈਨ ਪਲੀਜ਼ ਡੋਂਟ ਫੋਰਗੇਟ ਟੂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ। ਥੈਂਕ ਯੂ।